ਦਲਜੀਤ ਅਜਨੂਹਾ। ਦੋਸਤੋ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਇਸ ਮੰਚ ਤੇ ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਵਿਅਕਤੀਆਂ ਨੂੰ ਜਿਹੜੇ ਪ੍ਰਮੁੱਖ ਲਿਆਈਏ, ਜਿਹੜੇ ਲੋਕ ਸਮਾਜ ਦੀ ਗੱਲ ਕਰਦੇ ਹੋਣ ਤੇ ਲੋਕਾਂ ਦੀ ਗੱਲ ਕਰਦੇ ਨੇ, ਆਵਾਮ ਦੀ ਗੱਲ ਕਰਦੇ ਹੋਣ, ਦੇਸ਼ ਦੀ ਗੱਲ ਕਰਦੇ ਹੋਣ ਤੇ ਵੱਖ-ਵੱਖ ਸਮਾਜ ਦੇ ਵਰਗਾਂ ਦੀ ਗੱਲ ਕਰਦੇ ਹੋਣ, ਜਿਹੜੀ ਲੋਕਾਂ ਦੇ ਹੱਕ 'ਚ ਹੋਵੇ। ਸੋ ਇਸੇ ਲੜੀ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਸੰਜੀਵ ਜੀ, ਪ੍ਰੋਫੈਸਰ ਸੰਜੀਵ ਜੀ, ਜਿਹੜੇ ਵੱਖ-ਵੱਖ ਅਹਿਮ ਅਹੁਦਿਆਂ ਤੇ ਕੰਮ ਵੀ ਕਰਦੇ ਨੇ ਤੇ ਪ੍ਰੋਫੈਸਰ ਨੇ। ਤੇ ਦੂਸਰੀ ਜਿਹੜੇ ਅੱਜ ਮੁੱਦੇ ਨੇ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਵੱਖ-ਵੱਖ ਸਟੇਟਾਂ ਦੇ ਹੋਣ ਤੇ ਚਾਹੇ ਪੂਰੇ ਦੇਸ਼ ਦੇ ਹੋਣ, ਉਹਨਾਂ ਤੇ ਚਿੰਤਾ ਵੀ ਕਰਦੇ ਆ ਤੇ ਚਿੰਤਨ ਵੀ ਕਰਦੇ ਆ। ਅੱਜ ਅਸੀਂ ਉਹਨਾਂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਜਿਹੜੇ ਵੀ ਇਸ ਵੇਲੇ ਮੌਜੂਦਾ ਅਹਿਮ ਭਖਵੇਂ ਮੁੱਦੇ ਆ ਉਹਨਾਂ ਤੇ ਇਸ ਦੀ ਗੱਲ ਕਰਾਂਗੇ। ਸਰ, ਅੱਜ ਅਸੀਂ ਤੁਹਾਡੇ ਨਾਲ ਰਾਬਤਾ ਕੀਤਾ ਕਿ ਅਸੀਂ ਬਹੁਤ ਇਸ ਵੇਲੇ ਭਖਵੇਂ ਮੁੱਦੇ ਹੈਗੇ ਆ। ਇਹ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ, ਜਿਹੜਾ ਤੁਸੀਂ ਆਪਣੇ ਇਸ ਵੇਲੇ ਗੱਲ ਕੀਤੀ ਸੀ, ਵਨ ਨੇਸ਼ਨ ਵਨ ਵੋਟ ਜਿਹੜੀ ਆ, ਉਹ ਮੁੱਦਾ ਕੀ ਆ ਜਿਹੜਾ ਸਰਕਾਰ ਦਾ ਜਿਹੜਾ ਹੈ? ਤੇ ਸਰ, ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ, ਔਰ ਖਾਸ ਕਰਕੇ ਆਉਣ ਵਾਲੀ 18 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਪਾਰਲੀਮੈਂਟ ਦਾ, ਇਸ ਨੂੰ ਸੱਦਿਆ ਗਿਆ, ਜਿਸ ਨੂੰ ਲੈ ਕੇ ਬਹੁਤ ਸਾਰੇ ਕਿਆਸ ਜਿਹੜੇ ਲਗਾਏ ਜਾ ਰਹੇ ਆ ਕਿ ਸ਼ਾਇਦ ਇਸ ਸੈਸ਼ਨ ਦੇ ਵਿੱਚ ਬਹੁਤ ਕੁਝ ਵੱਡਾ ਹੋਣ ਵਾਲਾ ਹੈ। ਕਿਉਂਕਿ ਇਲੈਕਸ਼ਨ 24 ਦੇ ਵਿੱਚ ਹੈ, ਸੋ ਉਸ ਤੋਂ ਪਹਿਲਾਂ ਕੁਛ ਨਾ ਕੁਛ ਵੱਡਾ ਤਾਂ ਨੈਚੁਰਲੀ ਹੋਏਗਾ, ਲੇਕਿਨ ਕੀ ਹੋਣ ਵਾਲਾ ਇਸ ਦੀ ਕਿਆਸ ਇਸ ਕਰਕੇ ਜ਼ਿਆਦਾ ਲੱਗ ਗਈ ਕਿਉਂਕਿ ਫਾਰਮਰ ਪ੍ਰੈਜ਼ੀਡੈਂਟ ਸਾਡੇ ਰਾਮਨਾਥ ਕੋਵਿੰਦ ਜੀ ਦੇ ਅੰਦਰ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਹਦੇ ਵਿੱਚ ਇੱਕ ਦੇਸ਼ ਇੱਕ ਇਲੈਕਸ਼ਨ ਜਿਹੜਾ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਪੂਰੇ ਭਾਰਤ ਵਰਸ਼ ਵਿੱਚ ਇੱਕ ਦੇਸ਼ ਇੱਕ ਚੁਣਾਵ, ਇੱਕੋ ਸਮੇਂ ਸਾਰੇ ਚੁਣਾਵ ਕਰਨੇ, ਸੋ ਇਹ ਬੜਾ ਵੱਡਾ ਇਸ਼ੂ ਬਣ ਜਾਂਦਾ, ਕਿਉਂਕਿ ਇਦਾਂ ਦੀਆਂ ਚੀਜ਼ਾਂ ਕਦੀ ਸੰਭਵ ਨਹੀਂ ਹੋਈਆਂ। ਇਹ 1951 ਤੋਂ ਪਹਿਲਾਂ ਤਾਂ ਇਦਾਂ ਪੋਸੀਬਲ ਸੀਗਾ, ਲੇਕਿਨ ਹੁਣ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਇਲੈਕਸ਼ਨ ਹੁੰਦੇ ਆ। ਸੋ ਇਸ ਨੂੰ ਇੱਕ ਕਰਨ ਵਾਸਤੇ ਬਹੁਤ ਸਾਰਾ ਕੁਝ ਕਰਨ ਦੀ ਲੋੜ ਹੈ। ਖਾਸ ਕਰਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਇਹ ਬਿਆਨ ਦਿੱਤਾ ਕਿ 1900 ਜਿਹੜਾ ਸਾਡਾ ਲਾਸਟ ਇਲੈਕਸ਼ਨ ਸੀਗਾ 2019 ਵਾਲਾ ਜੀ, ਇਹਦੇ ਵਿੱਚ ਲਗਭਗ 60,000 ਕਰੋੜ ਰੁਪਏ ਤੋਂ ਜ਼ਿਆਦਾ ਇਕੱਲਾ ਪਾਰਲੀਮੈਂਟਰੀ ਇਲੈਕਸ਼ਨ ਵਿੱਚ ਖਰਚਾ ਹੋਇਆ। ਇਹ ਤਰਕ ਦਿੱਤਾ ਜਾਂਦਾ ਕਿ ਇਹ ਜਿਹੜਾ ਪੈਸਾ ਹੈ ਦੇਸ਼ ਦੇ ਵਿਕਾਸ ਵਿੱਚ ਲੱਗ ਸਕਦਾ, ਕਿਉਂਕਿ ਚੋਣਾਂ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਆ ਉਹ ਲਗਾਤਾਰ ਅਸੀਂ ਦੇਖਦੇ ਹਾਂ ਕਿ ਪਾਣੀ ਅੰਦਰ ਵਹਾਇਆ ਜਾਂਦਾ ਹੈ। 60,000 ਕਰੋੜ ਰੁਪਇਆ ਤਾਂ ਉਹ ਫਿਗਰ ਹੈ ਜਿਹੜੀ ਅਫੀਸ਼ੀਅਲ ਹੈ। ਇਸ ਤੋਂ ਇਲਾਵਾ ਬਹੁਤ ਸਾਰਾ ਪੈਸਾ ਜਿਹੜਾ ਚੋਣਾਂ ਵਿੱਚ ਖਰਚ ਹੁੰਦਾ, ਸੋ ਇਹਦੇ ਉੱਤੇ ਸਰਕਾਰ ਦਾ ਤਰਕ ਹੈ ਕਿ ਪੈਸਾ ਜਿਹੜਾ ਵਿਕਾਸ ਉੱਤੇ ਲਗਾਇਆ। ਜਿਹੜੀ ਦੂਸਰੀ ਗੱਲ, ਇਹਦੇ ਐਡਵਾਂਟੇਜ ਇਹ ਹੋ ਸਕਦੇ ਆ ਕਿ ਇਹਦੇ ਨਾਲ ਪੈਸਾ, ਸਮਾਂ ਬਹੁਤ ਸਾਰਾ ਬਚਦਾ। ਸਰਕਾਰ ਦਾ ਤਰਕ ਹੈ ਕਿ ਬਾਰ-ਬਾਰ ਚੋਣਾਂ ਹੋਣ ਦੇ ਨਾਲ ਕੋਡ ਆਫ ਕੰਡਕਟ ਜਿਹੜਾ ਲਗਾਉਣਾ ਪੈਂਦਾ ਔਰ ਵਿਕਾਸ ਦੇ ਕਾਰਜ ਰੁਕੇ ਜਾਂਦੇ। ਸੋ ਇਹ ਵੀ ਸਰਕਾਰ ਦੀ ਦਲੀਲ ਹੈ ਕਿ ਇਹਦੇ ਨਾਲ ਇਹ ਕੰਮ ਜਿਹੜੇ ਆ ਉਹ ਸਮੂਥ ਚੱਲਣਗੇ। ਲੇਕਿਨ ਕੁਛ ਇੱਕ ਅਪਵਾਦ ਜਿਹਦੇ ਨਾਲ ਬਹੁਤ ਸਾਰੇ ਜੁੜੇ। ਇੱਕ ਤਾਂ ਇਹ ਚੀਜ਼ ਜਿਹੜੀ ਕਹਿਣੀ ਕਿ 60,000 ਕਰੋੜ ਰੁਪਈਆ ਵੇਸਟ ਮਨੀ ਹੈ, ਸ਼ਾਇਦ ਇਦਾਂ ਵੀ ਨਹੀਂ ਪੋਸੀਬਲ ਹੈਗਾ, ਕਿਉਂਕਿ ਇਹ ਵੀ ਇੱਕ ਇਲੈਕਸ਼ਨ ਇੰਡਸਟਰੀ ਸਾਡੇ ਦੇਸ਼ ਵਿੱਚ ਪੈਰਲਲ ਚੱਲਦੀ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਇਲੈਕਸ਼ਨ ਦੇ ਨਾਲ ਜੁੜਿਆ ਹੁੰਦਾ। ਝੰਡੇ ਬਣਾਉਣ ਵਾਲੇ, ਫਲੈਕਸਾਂ ਬਣਾਉਣ ਵਾਲੇ, ਟੈਂਟਿੰਗ ਦਾ ਕੰਮ ਕਰਨ ਵਾਲੇ, ਕੈਟਰਿੰਗ ਵਾਲੇ, ਜਾਂ ਲਾਊਡ ਸਪੀਕਰ ਦੇ ਉੱਤੇ ਜਿਹੜੇ ਕੰਮ ਕਰਦੇ ਆ। ਸੋ ਅਲੱਗ-ਅਲੱਗ ਬੰਦਾ, ਉਹਦਾ ਇਹ ਹੁੰਦਾ ਕਿ ਇਲੈਕਸ਼ਨ ਜਿਹੜਾ ਆਉਣਾ ਔਰ ਇਹਦੇ ਵਿੱਚ ਸਾਡਾ ਕੰਮ ਧੰਦਾ ਜਿਹੜਾ ਉਹ ਚੱਲਣਾ। ਸੋ ਇਹ ਪੈਸਾ ਕਿਤੇ ਨਾ ਕਿਤੇ ਰੀਸਾਈਕਲ ਮਾਰਕੀਟ ਦੇ ਵਿੱਚ ਹੁੰਦਾ। ਸੋ ਇਹ ਤਰਕ ਦੇਣਾ ਕਿ ਸਾਰੇ ਦਾ ਸਾਰਾ ਪੈਸਾ ਵੇਸਟ ਹੋ ਜਾਂਦਾ, ਸੋ ਇਹ ਵੀ ਗੱਲ ਜਿਹੜੀ ਕੁਛ ਠੀਕ ਪ੍ਰਤੀਤ ਨਹੀਂ ਹੁੰਦੀ। ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਮੈਨੂੰ ਇਹ ਲੱਗਦਾ ਡਿਸਐਡਵਾਂਟੇਜ ਸ਼ਾਇਦ ਜ਼ਿਆਦਾ ਹੋ ਸਕਦੇ ਆ ਕਿ ਇੱਕ ਤਾਂ ਪੂਰੇ ਭਾਰਤ ਦੇ ਇਲੈਕਸ਼ਨ ਇੱਕ ਨਾਲ ਕਰਾਉਣ ਦੇ ਨਾਲ ਰਾਸ਼ਟਰੀ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਊਗਾ। ਜਦੋਂ ਰਾਸ਼ਟਰੀ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਏਗਾ ਤੇ ਖੇਤਰੀ ਦਲ ਜਿਹੜੇ ਸਾਡੇ ਹੈਗੇ ਆ, ਇਹਨਾਂ ਦਾ ਰੋਲ ਜਿਹੜਾ ਆ ਉਹ ਕਿਤੇ ਨਾ ਕਿਤੇ ਬਹੁਤ ਸਿਕੁੜ ਕੇ ਰਹਿ ਜਾਏਗਾ ਔਰ ਚੋਣਾਂ ਜਿਹੜੀਆਂ ਉਹ ਸ਼ਾਇਦ ਬਾਈ ਪਾਰਟੀ ਸਿਸਟਮ ਵੱਲ ਨੂੰ ਚਲੇ ਜਾਣਗੇ, ਜਿਹਦਾ ਕਿਤੇ ਨਾ ਕਿਤੇ ਫੈਡਰਲਿਜ਼ਮ ਨੂੰ ਖਤਰਾ ਜਿਹੜਾ ਸਾਡੇ ਦੇਸ਼ 'ਚ ਦੇਖਣ ਨੂੰ। ਫਿਰ ਇਹਦੇ ਵਿੱਚ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਬਹੁਤ ਸਾਰੀਆਂ ਚੇਂਜਸ ਕਰਨੀਆਂ ਪੈਣਗੀਆਂ। ਸੰਵਿਧਾਨ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਐਕਟ ਹੈਗਾ, ਇਸ ਨੂੰ ਬਦਲਣਾ ਪਏਗਾ ਔਰ ਕੱਲਾ ਉਹਨੂੰ ਨਹੀਂ ਬਦਲਣਾ, ਉਹਦੇ ਨਾਲ 5 ਆਰਟੀਕਲਸ ਹੋਰ ਜਿਹੜੇ ਉਹਨਾਂ ਵਿੱਚ ਵੀ ਤਬਦੀਲੀ ਜਿਹੜੀ ਹੈ ਉਹ ਕਰਨੀ ਪਏਗੀ। ਇਸ ਤੋਂ ਇਲਾਵਾ ਇਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਰੀਆਂ ਵਿਧਾਨ ਸਭਾਵਾਂ ਭੰਗ ਕਰਨੀਆਂ ਪੈਣਗੀਆਂ, ਕਿਉਂਕਿ ਕਈਆਂ ਵਿੱਚ ਇਲੈਕਸ਼ਨ ਸਾਲ ਬਾਅਦ ਆ, ਕਈਆਂ 'ਚ 2 ਸਾਲ ਬਾਅਦ ਆ, ਕਈਆਂ 'ਚ 4 ਸਾਲ ਬਾਅਦ ਇਲੈਕਸ਼ਨ ਹੋਣੇ। ਕੀ ਸਾਰੀਆਂ ਨੂੰ ਭੰਗ ਕਰਕੇ ਅਸੀਂ ਇੱਕ ਟਾਈਮ ਤੇ ਸਾਰੇ ਇਲੈਕਸ਼ਨ ਕਰਾ ਸਕਦੇ ਹਾਂ? ਪੰਚਾਇਤੀ ਸਿਸਟਮ ਸਾਡਾ ਹੈਗਾ, ਉਹਨੂੰ ਡਿਸੋਲਵ ਕਰਨਾ ਪਏਗਾ।
ਉਸ ਤੋਂ ਇਲਾਵਾ ਲੋਕਲ ਬਾਡੀਜ਼ ਦੀ ਅਗਰ ਗੱਲ ਕਰੀਏ ਅਰਬਨ ਏਰੀਆ, ਉਹ ਸਾਰੀਆਂ ਭੰਗ ਕਰਨੀਆਂ ਪੈਣਗੀਆਂ। ਸੋ ਇਹ ਬਹੁਤ ਵੱਡਾ ਸਵਾਲ ਜਿਹੜਾ ਸੰਵਿਧਾਨਿਕ ਤੌਰ ਦੇ ਉੱਪਰ ਕੇ ਆਉਂਦਾ। ਇਸ ਤੋਂ ਇਲਾਵਾ ਜਿਹੜੀ ਅਸੀਂ ਹੋਰ ਇਹਦੇ ਵਿੱਚ ਗੱਲ ਕਰੀਏ ਕਿ ਇਸ ਨੂੰ ਪਾਸ ਕਰਾਉਣ ਵਾਸਤੇ ਵੀ ਚੂੰਕਿ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਤਾਂ ਦੋਨੇ ਸਦਨਾਂ ਵਿੱਚ 2/3 ਬਹੁਮਤ ਚਾਹੀਦਾ, ਪਲੱਸ 50% ਸੂਬਿਆਂ ਦੀ ਸਹਿਮਤੀ ਇਹਦੇ ਉੱਤੇ ਚਾਹੀਦੀ। ਪ੍ਰਪੋਜ਼ਲ ਜਿਹੜੀ ਹੈ ਘੱਟੋ ਘੱਟ 50% ਸਟੇਟਸ ਜਿਹੜੀਆਂ ਅਗਰ ਉਹ ਦੇਣਗੀਆਂ ਤਾਂ ਹੀ ਇਹ ਪ੍ਰਪੋਜ਼ਲ ਜਿਹੜੀ ਅੱਗੇ ਮੂਵ ਹੋ ਸਕਦੀ। ਸੋ ਇਹ ਥੋੜਾ ਜਿਹਾ ਡਿਫਿਕਲਟ ਪੇਚੀਦਾ ਜਿਹੜਾ ਮਸਲਾ ਸਾਨੂੰ ਦੇਖਣ ਨੂੰ ਮਿਲਦਾ। ਸੋ ਆਸ ਕਰਦੇ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਕੁਝ ਜਿਹੜਾ ਇਹਦੇ ਵਿੱਚ ਇੰਟਰਸਟਿੰਗ ਹੁੰਦਾ। ਸੰਜੀਵ ਜੀ, ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਤੁਸੀਂ ਬੜੀ ਗੱਲ ਕੀਤੀ, ਦੇਸ਼ ਲੈਵਲ ਦੀ ਗੱਲ ਕੀਤੀ ਤੇ ਪੂਰੇ ਰਾਜ ਦੀ ਵੱਖ-ਵੱਖ ਰਾਜਾਂ ਦੀ ਵੀ ਗੱਲ ਕੀਤੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਚਿੰਤਾ ਵੀ ਕਰਦੇ ਹੋ। ਚਿੰਤਨ ਕਰੋ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਹੋਊਗਾ। ਜਿਹੜੀ ਅਮਾਊਂਟ ਆ, ਜਿਹੜੀ ਅਫੀਸ਼ੀਅਲ ਅਮਾਊਂਟ ਆ, ਉਹ ਤਾਂ ਇੰਨੀ ਦੱਸੀ ਜਾਂਦੀ ਹੈ, ਉਹ ਤੋਂ ਬਾਅਦ ਜਿਹੜੀ ਐਕਸਟਰਾ ਅਮਾਊਂਟ ਆਫ ਦਾ ਰਿਕਾਰਡ ਹੁੰਦੀ ਹੈ ਉਹ ਵੀ ਬਹੁਤ ਹੁੰਦੀ ਹੈ, ਬਹੁਤ ਵਧੀਆ। ਸਰ ਅਸੀਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ, ਆਪਣੇ ਰਾਜ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਕੋਈ 2 ਸਾਲ ਤੋਂ ਹੋ ਗਿਆ, ਉਹਦੇ ਵਿੱਚ ਥੋੜ੍ਹੇ ਸਮੇਂ ਬਾਅਦ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ, ਕਈ ਤਰ੍ਹਾਂ ਦਾ ਇਹਨਾਂ ਨੇ ਲੋਕਾਂ ਨੂੰ ਬਹੁਤ ਸਾਰੇ ਸਾਲ ਜਵਾਬ ਦਿੱਤਾ, ਕਈ ਬਹੁਤ ਸਾਰੇ ਲੋਕ ਇਹਨਾਂ ਤੋਂ ਹਤਾਸ਼ ਵੀ ਹੋਏ, ਨਾਰਾਜ਼ ਵੀ ਹੋਏ ਜੇ ਕਈ ਤਰ੍ਹਾਂ। ਤੇ ਹੁਣ ਪਿਛਲੇ ਸਮੇਂ ਤੋਂ ਜਿਹੜਾ ਰਾਜਪਾਲ ਜੀ ਦੇ ਨਾਲ ਮੁੱਖ ਮੰਤਰੀ ਦਾ ਤਕਰਾਰ ਚੱਲ ਰਿਹਾ, ਜਿਹਦੇ ਨਾਲ ਪੰਜਾਬ ਦਾ ਲਾਸ ਹੋ ਰਿਹਾ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰ ਇਹ ਬੜਾ ਮੰਦਭਾਗਾ ਹੈਗਾ, ਕਿਉਂਕਿ ਇਸ ਲੈਵਲ ਦੇ ਉੱਤੇ ਇਹਨਾਂ ਦਾ ਕਨਫਰਟੇਸ਼ਨ ਪਹੁੰਚ ਚੁੱਕਾ ਹੈ ਕਿ ਰਾਜਪਾਲ ਸਾਹਿਬ ਨੇ ਆਫੀਸ਼ੀਅਲੀ ਕਹਿ ਸਕਦੇ ਹਾਂ ਕਿ ਧਮਕੀ ਦੇ ਦਿੱਤੀ ਹੈ ਕਿ ਜੇ ਤੁਸੀਂ ਮੈਨੂੰ ਇਨਫੋਰਮੇਸ਼ਨ ਨਹੀਂ ਦਿਓਗੇ ਤਾਂ ਮੈਂ ਸੰਵਿਧਾਨਿਕ ਜਿਹੜੀ ਸਾਡੀ ਐਮਰਜੈਂਸੀ ਹੈ ਉਹ ਲਗਾ ਸਕਦਾ ਔਰ ਰਾਜ ਸਰਕਾਰ ਨੂੰ ਭੰਗ ਕਰਨ ਵਾਸਤੇ ਸਿਫਾਰਿਸ਼ ਕਰ ਸਕਦਾ। ਸੋ ਰਾਜਪਾਲ ਵੱਲੋਂ ਇਹ ਗੱਲ ਕਹਿ ਦੇਣੀ ਬਹੁਤ ਵੱਡੇ ਇਸ ਦੇ ਦੂਰਗਾਮੀ ਪਰਿਣਾਮ ਸਾਨੂੰ ਦੇਖਣ ਨੂੰ ਮਿਲਦੇ, ਕਿਉਂਕਿ ਇਹਨਾਂ ਦਾ ਬਾਅਦ ਬੜੀ ਦੇਰ ਤੋਂ ਚੱਲਿਆ ਰਿਹਾ। ਪਹਿਲੀ ਵਾਰੀ ਹੈ ਕਿ ਗਵਰਨਰ ਸਾਡਾ ਬਹੁਤ ਐਕਟਿਵ ਤੌਰ ਦੇ ਉੱਤੇ ਭੂਮਿਕਾ ਨਿਭਾ ਰਿਹਾ, ਖਾਸ ਕਰਕੇ ਬਾਰਡਰਸ ਜਿਹੜੇ ਸਾਡੇ ਡਿਸਟ੍ਰਿਕਟਸ ਹੈਗੇ ਆ ਉਹਨਾਂ ਵਿੱਚ ਲਗਾਤਾਰ ਗਵਰਨਰ ਸਾਹਿਬ ਦੇ ਦੌਰੇ ਹੁੰਦੇ ਆ। ਨਸ਼ੇ ਦਾ ਇੱਕ ਬਹੁਤ ਵੱਡਾ ਮਸਲਾ ਹੈਗਾ। ਪੰਜਾਬ ਜਿਹੜਾ ਉਹ ਨਸ਼ਿਆਂ ਵਾਸਤੇ ਇਸ ਵੇਲੇ ਬੜੀ ਬੁਰੀ ਤਰ੍ਹਾਂ ਦੇ ਨਾਲ ਬਦਨਾਮ ਹੋਇਆ ਪਿਆ। ਪੰਜਾਬ ਦੇ ਵਿੱਚ ਫਲੱਡਸ ਦੀ ਜਿਹੜੀ ਸਿਚੁਏਸ਼ਨ ਹੈ, ਇਸ ਦੇ ਨਾਲ ਬਹੁਤ ਜ਼ਿਆਦਾ ਬਾਰਡਰ ਏਰੀਆ ਖਾਸ ਕਰਕੇ ਬੜਾ ਨੁਕਸਾਨ ਹੋਇਆ ਔਰ ਕਿਸਾਨ ਜਿਹੜੇ ਆ ਉਹਨਾਂ ਦੀ ਹਾਲਤ ਜਿਹੜੀ ਆ ਉਸ ਨੂੰ ਸਰਕਾਰ ਨੇ ਤਾਂ ਆਸ਼ਵਾਸਨ ਦਿੱਤਾ ਕਿ ਅਸੀਂ ਮੁਆਵਜ਼ਾ ਦੇਵਾਂਗੇ, ਲੇਕਿਨ ਸਰਕਾਰ ਦੀ ਵਿੱਤੀ ਸਥਿਤੀ ਜਿਹੜੀ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸੇ ਚੀਜ਼ ਦਾ ਸੈਂਟਰਲ ਗਵਰਨਮੈਂਟ ਵੀ ਪਤਾ ਹੈ, ਗਵਰਨਰ ਕਿਉਂਕਿ ਸੈਂਟਰਲ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਉੱਤੇ ਕੰਮ ਕਰਦੇ ਆ। ਸੋ ਇਹਨਾਂ ਦਾ ਬਾਦ ਜਿਹੜਾ ਉਹ ਕਿਤੇ ਨਾ ਕਿਤੇ ਇਸ ਕ੍ਰਾਈਸਿਸ ਵੱਲ ਨੂੰ ਲੀਡ ਕਰਦਾ ਪਿਆ ਕਿ ਜਿਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਉਹ ਸ਼ਾਇਦ ਖਤਰਨਾਕ ਹੋ। ਪੰਜਾਬ ਦੇ ਹੱਕ 'ਚ ਨਹੀਂ, ਪੰਜਾਬ ਦੇ ਲੋਕਾਂ ਦੇ ਹੱਕ। ਸਰ ਈਪੀ ਬਹੁਤ ਵਧੀਆ ਗੱਲ ਹੈ। ਸਰਕਾਰ ਦੀ ਗੱਲ ਕਰੀਏ, ਕਿਉਂਕਿ ਅਸੀਂ ਪੰਜਾਬ ਦੇ, ਤੁਸੀਂ ਚਿੰਤਕ ਵੀ ਤੇ ਇਹਦੇ ਨਾਲ ਜਿਵੇਂ ਰਾਜਪਾਲ ਸਾਹਿਬ ਦੇ ਨਾਲ ਜਿਹੜਾ ਅਸੀਂ ਗੱਲ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਹੈ ਪੰਜਾਬ ਦੇ ਹਿੱਤ ਦੀ ਨਹੀਂ ਹੈ, ਪਰ ਹੁਣ ਪਟਵਾਰੀਆਂ ਦਾ ਮਸਲਾ ਬੜਾ ਅਹਿਮ ਮਸਲਾ ਚੱਲ ਰਿਹਾ, ਹੋਰ ਬਹੁਤ ਮੁੱਦੇ ਦੇ ਫਲੱਡਸ ਦੀ ਤੁਸੀਂ ਗੱਲ ਕੀਤੀ ਆ, ਉਹਦੇ ਨਾਲ ਬੇਸ਼ੱਕ ਸੀਐਮ ਸਾਹਿਬ ਨੇ ਸਪੋਰਟ ਤੇ ਜਾ ਕੇ ਲੋਕਾਂ ਦੀ ਗੱਲ ਕੀਤੀ ਆ, ਈਵਨ ਬਹੁਤ ਸਾਰੀਆਂ ਦੂਸਰੀਆਂ ਜਿਹੜੀਆਂ ਐਨਜੀਓਜ਼ ਹੈਗੀਆਂ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ, ਪਰ ਜਿਹੜੇ ਬਹੁਤ ਸਾਰੇ ਇਹ ਸਾੜਾਂ ਦੀ ਮਾਰ ਤੇ ਹੈਗਾ ਉਹ ਹਾਲੇ ਤੱਕ ਪੈਰਾਂ ਤੇ ਆਉਣ ਦੀ ਸੰਭਾਵਨਾ ਤੇ ਸਰਕਾਰ ਵੱਲੋਂ ਇਹੋ ਜਿਹਾ ਕੋਈ ਉਹਨਾਂ ਦੇ ਹਾਲੇ ਪ੍ਰਾਵਧਾਨ ਨਹੀਂ ਹੈ ਕੀਤਾ ਜਾਏ। ਇਹਨੂੰ ਲੈ ਕੇ ਆਪਾਂ ਪੰਜਾਬ ਦੀ ਚਿੰਤਾ ਕਰਦੇ, ਕਿਆ ਸਮਾਧਾਨ ਜਿਹੜਾ ਤੁਹਾਡੇ ਮੁਤਾਬਕ ਹੋ ਸਕਦਾ ਵੀ ਜਿਹੜਾ ਪੰਜਾਬ ਦੇ ਲੋਕ ਰਾਹਤ ਮਹਿਸੂਸ ਕਰ ਸਕਣ? ਦੇਖੋ, ਰਾਹਤ ਵਾਸਤੇ ਸਭ ਤੋਂ ਇਮੀਡੀਏਟ ਹੁੰਦਾ ਕਿ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਥਰੂ ਸਾਰਾ ਡਾਟਾ ਜਿਹੜਾ ਹੈ ਸਰਕਾਰ ਨੂੰ ਜਾਂਦਾ। ਸਰਕਾਰ ਨੇ ਪਿੱਛੇ ਦੇ ਬਹੁਤ ਜ਼ਿਆਦਾ ਕਹਿ ਸਕਦੇ ਹਿਊਮਿਲੇਸ਼ਨ ਦਾ ਸਾਹਮਣਾ ਕਰਨਾ ਪਿਆ ਜਦੋਂ ਹਾਈ ਕੋਰਟ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਦੀ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ, ਕਿਉਂਕਿ ਸਰਕਾਰ ਨੇ ਆਨੰਦ ਫਾਨਨ ਦੇ ਵਿੱਚ 6 ਮਹੀਨੇ ਪਹਿਲਾਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਪੰਜਾਬ ਦੀਆਂ ਉਹਨੂੰ ਨੋਟੀਫਾਈ ਕਰਕੇ ਭੰਗ ਕਰ ਦਿੱਤਾ। ਤਰਕ ਇਹ ਦਿੱਤਾ ਕਿ ਪੰਚਾਇਤਾਂ ਦੇ ਕੋਲ ਫੰਡ ਪਏ ਆ, ਉਹ ਕਿਤੇ ਨਾ ਕਿਤੇ ਕਰਪਸ਼ਨ ਕਰ ਸਕਦੇ ਹਨ, ਲੇਕਿਨ ਇਸ ਤਰਕ ਦੇ ਆਧਾਰ ਦੇ ਉੱਤੇ ਪੰਚਾਇਤਾਂ ਨੂੰ ਭੰਗ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਦੀ ਮਸ਼ੀਨਰੀ ਹੈ ਜਿਸ ਨੇ ਕਰਪਸ਼ਨ ਦੇ ਇਸ਼ੂਜ਼ ਨੂੰ ਦੇਖਣਾ ਹੈ। ਜੇ ਅਗਰ ਕਿਤੇ ਕਰਪਸ਼ਨ ਹੁੰਦੀ ਹੈ ਤਾਂ ਉਸ ਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ। ਸੋ ਹਾਈ ਕੋਰਟ ਦੇ ਵਿੱਚ ਜਦੋਂ ਇਹ ਮਸਲਾ ਗਿਆ ਤਾਂ ਉਹਨਾਂ ਨੇ ਇਮੀਡੀਏਟਲੀ ਕਿਹਾ ਕਿ ਅਗਰ ਤੁਸੀਂ ਭੰਗ ਕਰਨੀ ਆ ਤਾਂ ਤੁਹਾਨੂੰ ਇਹਦੇ ਨਾਲ ਨੋਟੀਫਿਕੇਸ਼ਨ ਇਲੈਕਸ਼ਨ ਦੀ ਜਿਹੜੀ ਉਹ ਵੀ ਦੇਣੀ ਪਏਗੀ। ਸਰਕਾਰ ਇਸ ਇਸ਼ੂ ਦੇ ਉੱਤੇ ਬੜੀ ਬੁਰੀ ਤਰ੍ਹਾਂ ਦੇ ਨਾਲ ਬੈਕਫੁੱਟ ਤੇ ਆਈ ਔਰ ਉਹਨਾਂ ਨੇ ਇਹ ਨੋਟੀਫਿਕੇਸ਼ਨ ਵਿਡਰੋ ਵੀ ਕੀਤੀ ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ 2 ਸੀਨੀਅਰ ਆਈਐਸ ਅਫਸਰਾਂ ਦੇ ਉੱਤੇ ਖਾਸ ਕਰਕੇ ਡੀ.ਕੇ. ਤਿਵਾੜੀ ਜੀ ਜੋ ਕਿ ਪ੍ਰਿੰਸੀਪਲ ਸੈਕਟਰੀ ਜਿਹੜੇ ਪੰਚਾਇਤਾਂ ਦੇ ਸੀਗੇ ਔਰ ਨਾਲ ਉਹਨਾਂ ਦੇ ਜਿਹੜੇ ਗੁਰਪ੍ਰੀਤ ਸਿੰਘ ਖਹਿਰਾ ਜਿਹੜੇ ਡਾਇਰੈਕਟਰ ਪੰਚਾਇਤਾਂ ਸੀ। ਸੋ ਇਹਨਾਂ ਉੱਤੇ ਜ਼ਿੰਮੇਵਾਰੀ ਥੋੜਾ ਸਰਕਾਰ ਨੇ ਫਿਕਸ ਕਰਕੇ ਇਸ ਮਸਲੇ ਨੂੰ ਆਪਣਾ ਜਿਹੜਾ ਕਹਿ ਸਕਦੇ ਹਾਂ ਕਿ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਵਿਵਾਦ ਵੀ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਆਪੋਜੀਸ਼ਨ ਨੇ ਇਸ ਮੁੱਦੇ ਨੂੰ ਬੜੀ ਤੇਜ਼ੀ ਦੇ ਨਾਲ ਉਠਾਇਆ ਕਿ
ਆਨਨ ਫਾਨਨ ਚ ਲਿਆ ਗਿਆ ਡਿਸੀਜਨ, ਔਰ ਇਹਦੇ ਵਿੱਚ ਸਰਕਾਰ ਖੁਦ ਇਨਵੋਲਵ ਹੈ। ਇਹਦੇ ਵਿੱਚ ਇੱਕ ਬੜੀ ਜੀ। ਹਾਸੋਹੀਣੀ ਗੱਲ ਕੀਤੀ ਗਈ, ਤੁਸੀਂ ਬਿਲਕੁਲ ਤਫਸੀਲ ਦੇ ਨਾਲ ਦੱਸਿਆ, ਜਦ ਕਿ ਆਪਣੀ ਸਵਾਲ ਵੀ ਸੀਗਾ, ਪਰ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੜੀ ਹਾਸੋਹੀਣੀ ਗੱਲ ਕਹੀ ਹੈ ਵੀ ਇਹ ਜਿਹੜੇ 2 ਅਧਿਕਾਰੀ ਆ ਸਸਪੈਂਡ ਕੀਤਾ ਇਹਨਾਂ ਨੂੰ, ਦੋਨੋਂ IAS ਸੀਨੀਅਰ ਅਧਿਕਾਰੀ ਆ, ਉਹਨਾਂ ਨੇ ਇਹ ਵੀ ਮੈਨੂੰ ਇਹਨਾਂ ਨੇ ਭਰੋਸੇ 'ਚ ਨਹੀਂ ਲਿਆ ਸੀ। ਇਹ ਭਗਵੰਤ ਮਾਨ ਹੋਣਾ ਨੇ ਇਹ ਗੱਲ ਕਹੀ ਆ। ਇਹ ਗੱਲ ਨੂੰ ਬੜਾ ਲੋਕ ਕਿਸ ਤਰ੍ਹਾਂ ਜਿਹੜਾ ਮਹਿਸੂਸ ਕਰਦੇ ਵੀ ਇੱਕ ਮੁੱਖ ਮੰਤਰੀ ਇਹ ਕਹਿ ਰਿਹਾ ਉਹਨਾਂ ਨੂੰ ਸਸਪੈਂਡ ਕਰ ਆਪਣੇ ਪੱਲਾ ਝਾੜਨ ਦੇ ਨਾਲ ਕਿੱਡੀ ਇਹ ਪੰਜਾਬ ਦੇ ਹਿੱਤ ਦੀ ਗੱਲ, ਮੁੱਖ ਮੰਤਰੀ ਵੱਲੋਂ ਇਹੋ ਜਿਹੀ ਗੱਲ ਕਹੀ ਜਾਣੀ ਵੀ ਮੈਨੂੰ ਭਰੋਸੇ 'ਚ ਨਹੀਂ ਲਿਆ। ਅਗਰ ਉਹਦੀ ਚਿੱਠੀ ਜਿਹੜੀ ਹੈ ਆਪੋਜੀਸ਼ਨ ਵੱਲੋਂ ਜਾਰੀ ਕੀਤੀ ਗਈ ਉਸ ਨੋਟੀਫਿਕੇਸ਼ਨ ਤੋਂ ਪਹਿਲਾਂ ਜਿਹੜੀ ਡਰਾਫਟਿੰਗ ਹੋਈ, ਕਿਉਂਕਿ ਸਰਕਾਰੀ ਪੱਧਰ ਦੇ ਉੱਤੇ ਜਦੋਂ ਵੀ ਕੋਈ ਫੈਸਲਾ ਹੁੰਦਾ ਤੇ ਉਹ ਇੰਨੀ ਤੇਜ਼ੀ ਦੇ ਨਾਲ ਫੈਸਲਾ ਨਹੀਂ ਹੁੰਦਾ, ਜਿਹਦੇ ਵਿੱਚ ਖਾਸ ਕਰਕੇ ਪ੍ਰਿੰਸੀਪਲ ਸੈਕਟਰੀ, ਡਾਇਰੈਕਟਰ ਔਰ ਉਸ ਤੋਂ ਬਾਅਦ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਇਹ ਸਾਰੇ ਬੰਦੇ ਇਨਵੋਲਵ ਹੋਣ, ਕਿਉਂਕਿ ਉਹ ਚਿੱਠੀ ਦੇ ਉੱਤੇ ਪ੍ਰਿੰਸੀਪਲ ਸੈਕਟਰੀ 3 ਅਗਸਤ ਦੇ ਉਹਨਾਂ ਦੇ ਸਾਈਨ ਹੈ, ਖਹਿਰਾ ਸਾਹਿਬ ਦੇ 3 ਅਗਸਤ ਦੇ ਸਾਈਨ ਹੈ, ਔਰ 4 ਅਗਸਤ ਨੂੰ ਜਿਹੜੇ ਮੰਤਰੀ ਸਾਹਿਬ ਉਹਨਾਂ ਦੇ ਸਾਈਨ ਆ, ਔਰ ਉਸ ਤੋਂ ਬਾਅਦ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਦੇ ਸਾਈਨ ਜਿਹੜੇ ਉਹਦੇ ਉੱਤੇ ਹੈਗੇ। ਸੋ 2 ਦਿਨਾਂ ਦੇ ਵਿੱਚ ਇਹ ਸਾਰੀ ਪ੍ਰੋਸੈਸ ਨੂੰ ਕਰ ਲੈਣਾ, ਸੋ ਇਹ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਕਿ ਸਰਕਾਰ ਦੀ ਮਨਸ਼ਾ ਤੋਂ ਬਗੈਰ ਤੇ ਚੀਜ਼ ਪੋਸੀਬਲ ਨਹੀਂ ਸੀ, ਕਿ ਨਾ ਹੀ ਇਹਦਾ ਹੋ ਸਕਦਾ। ਹੁਣ ਕਿਉਂਕਿ ਅਫਸਰ ਜਿਹੜੇ ਆ ਉਹਨਾਂ ਨੇ ਟਾਰਗੇਟ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਛਵੀ ਆ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਦੂਜਾ ਜਿਹੜਾ ਤੁਹਾਡਾ ਮਸਲਾ ਪਟਵਾਰੀਆਂ ਦਾ, ਸੋ ਪੰਜਾਬ ਦੇ ਵਿੱਚ ਹੜ੍ਹਾਂ ਦਾ ਇੱਕ ਬੜਾ ਦੌਰ ਆ, ਉਹਦੀ ਗਿਰਦਾਵਰੀ ਕਰਨੀ ਹੈ, ਉਸ ਦਾ ਮੁਆਵਜ਼ਾ ਦੇਣਾ, ਪਟਵਾਰੀਆਂ ਦੀ ਭੂਮਿਕਾ ਬੜੀ ਅਹਿਮ ਹੋ ਜਾਂਦੀ। ਸਰਕਾਰ ਲਗਾਤਾਰ ਅਸੀਂ ਦੇਖਦੇ ਹਾਂ ਕਿ ਡੀਫੇਮ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਪਟਵਾਰੀ ਬਹੁਤ ਕਰਪਟ ਹੈਗੇ ਆ, ਤਹਿਸੀਲਾਂ 'ਚ ਬੜੀ ਕਰਪਸ਼ਨ ਚੱਲਦੀ। ਸਰਕਾਰ ਖੁਦ ਹੀ ਐਡਮਿਟ ਕਰੀ ਜਾਂਦੀ। ਜਦੋਂ ਆਪਣੇ EMPLOYEES ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕੰਟਰਾਡਿਕਟ ਕਰੋਗੇ, ਉਹਨਾਂ ਨੂੰ ਡੀਫੇਮ ਕਰੋਗੇ, ਤਾਂ ਉਹਦਾ ਖਮਿਆਜਾ ਵੀ ਜਿਹੜਾ ਭੁਗਤਣਾ ਹੁੰਦਾ। ਪੰਜਾਬ ਵਿੱਚ ਇਸ ਵੇਲੇ ਬਹੁਤ ਸਾਰੇ ਸਰਕਲ ਜਿਹੜੇ ਪਟਵਾਰੀਆਂ ਦੇ ਉਹਦੇ ਵਿੱਚ ਖਾਲੀ ਪਈਆਂ ਪੋਸਟਾਂ, ਉਹਨਾਂ ਨੇ ਪੈਨ ਡਾਊਨ ਸਟ੍ਰਾਈਕ ਦੀ ਧਮਕੀ ਦਿੱਤੀ। ਯੂਨੀਅਨ ਨੇ, ਸਰਕਾਰ ਨੇ ਐਸਮਾ ਜਿਹੜਾ ਇਹਦੇ ਉੱਤੇ ਲਗਾ ਕੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਅਗਰ ਇਹ ਪੈਨ ਡਾਊਨ ਸਟ੍ਰਾਈਕ ਕਰਨਗੇ ਤਾਂ ਅਸੀਂ ਇਹਦੇ ਖਿਲਾਫ ਐਕਸ਼ਨ ਲਵਾਂਗੇ। ਪਟਵਾਰੀਆਂ ਨੇ ਇਹਦੇ ਵਿੱਚ ਇੱਕ ਜਿਹੜਾ ਕਨਸਟੀਟਿਊਸ਼ਨਲ ਜਿਹੜੀ ਪ੍ਰੋਵੀਜ਼ਨ ਉਹਨਾਂ ਦੇ ਕੋਲ ਸੀਗੀ, ਉਹਨਾਂ ਨੇ ਕੀਤਾ ਕਿ ਆਪਣੇ ਸਰਕਲ, ਕਿਉਂਕਿ ਆਮ ਤੌਰ ਤੇ ਹੁੰਦਾ ਕਿ ਇੱਕ ਸਰਕਲ ਦੇ ਵਿੱਚ 4 ਪਿੰਡ ਹੋ ਸਕਦੇ, 2 ਪਿੰਡ ਹੋ ਸਕਦੇ, 5 ਪਿੰਡ ਹੋ ਸਕਦੇ। ਜਿਹੜਾ ਸਰਕਲ ਖਾਲੀ ਪਿਆ ਉਹ ਸਰਕਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਉਸ ਪਟਵਾਰੀ ਨਾਲ ਦੇ ਪਟਵਾਰੀ ਨੂੰ ਦੇ ਦਿੱਤੀ। ਕਈ ਇੱਕ ਪਟਵਾਰੀਆਂ ਕੋਲ 3-3, 4-4 ਸਰਕਲ ਦਾ ਕੰਮ ਦੇ ਦਿੱਤਾ। ਹੁਣ ਇਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਆਪਣੇ ਸਰਕਲ ਦਾ ਕੰਮ ਕਰਾਂਗੇ ਤੇ ਜਿਹੜੇ ਬਾਕੀ ਸਰਕਲ ਆ ਉਹਦੀ ਜ਼ਿੰਮੇਵਾਰੀ ਹੁਣ ਸਾਡੀ ਨਹੀਂ। ਹੁਣ ਜਦੋਂ ਉਸ EMPLOYEE ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਸਰਕਲ ਦਾ ਕੰਮ ਕਰਾਂਗੇ, ਤਾਂ ਮਤਲਬ ਆਪਣੀ ਜ਼ਿੰਮੇਵਾਰੀ ਕਰ ਰਿਹਾ, ਨਿਭਾ ਰਿਹਾ। ਪੈਨ ਡਾਊਨ ਸਟ੍ਰਾਈਕ ਜਿਹੜੀ ਉਹਨਾਂ ਨੇ ਕੀਤੀ ਦੂਸਰੇ ਸਰਕਲ ਦੀ ਕੀਤੀ, ਨੈਚੁਰਲੀ ਕੰਮ ਬਹੁਤ ਜ਼ਿਆਦਾ ਸਫਰ ਕਰਨਾ ਸੀ। ਸੋ ਸਰਕਾਰ ਨੂੰ ਇਹ ਲੱਗਿਆ ਕਿ ਇੱਕ ਬਹੁਤ ਵੱਡੇ ਲੈਵਲ ਤੇ ਵਾਦ ਵਿਵਾਦ ਹੋ ਸਕਦਾ, ਸੋ ਇਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਫਿਰ ਦੁਬਾਰਾ ਜਿਹੜਾ ਹੈ ਭਗਵੰਤ ਮਾਨ ਜੀ, ਕਿਉਂਕਿ ਉਹਨਾਂ ਨੂੰ ਮੀਡੀਆ ਦੇ ਨਾਲ ਗੱਲਬਾਤ ਕਰਨਾ ਵਧੀਆ ਲੱਗਦਾ, ਸੋ ਸਾਹਮਣੇ ਆ ਕੇ ਉਹਨਾਂ ਨੇ ਗਵਰਨਮੈਂਟ ਦਾ ਪੱਖ ਰੱਖਿਆ ਕਿ 740 ਪਟਵਾਰੀ ਜਿਹੜੇ ਆ ਜਿਨ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਉਹ 15 ਮਹੀਨੇ ਦੀ ਹੋ ਚੁੱਕੀ ਸੀਗੀ, 18 ਮਹੀਨੇ ਦੀ ਟੋਟਲ ਟ੍ਰੇਨਿੰਗ ਹੈ। ਉਹਨਾਂ ਨੇ ਕਿਹਾ ਕਿ 15 ਮਹੀਨੇ ਤੋਂ ਬਾਅਦ ਹੀ ਇਹਨਾਂ ਨੂੰ ਫੀਲਡ 'ਚ ਉਤਾਰਿਆ ਜਾਂਦਾ, 3 ਮਹੀਨੇ ਪਹਿਲਾਂ ਹੀ। ਸੋ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਤੇ 500 ਕਿੰਨੀਆਂ ਪੋਸਟਾਂ ਸਰਕਾਰ ਜਿਹੜੀ ਹੈ ਉਹਦੇ ਵਾਸਤੇ ਇਸ਼ਤਿਹਾਰ ਜਿਹੜੀ ਉਹ ਦੇ ਰਹੀ ਹੈ। ਸੋ ਇਹ ਸਰਕਲ ਜਿਹੜੇ ਆ ਤਾਂ ਕਿ ਪੂਰੇ ਹੋ ਜਾਣ ਤੇ ਇਹਦੇ ਨਾਲ ਜਿਹੜਾ ਮੁਸ਼ਕਲ ਦਾ ਹੱਲ ਹੋ ਜੇ। ਆਪ ਸੀਐਮ ਸਾਹਿਬ ਨੇ ਬਹੁਤ ਵੈਸੇ ਅਸੀਂ ਗੱਲ ਕਰੀਏ ਸਰਕਾਰ ਵੱਲੋਂ, ਅਸੀਂ ਜਿੱਥੇ ਉਹਨਾਂ ਦੇ ਕੀਤੇ ਕਈ ਇਹੋ ਜਿਹੀਆਂ ਜਿਨ੍ਹਾਂ ਨੂੰ ਕੰਡੈਮ ਵੀ ਕਰਦੇ ਤੇ ਵਿੱਚ ਕਈ ਵਾਰ ਕਈ ਕੰਮ ਜਿਹੜੇ ਐਪਰੀਸ਼ੀਏਟ ਕਰਨਾ, ਜਿਵੇਂ ਪਟਵਾਰੀਆਂ ਵਾਸਤੇ ਉਹਨਾਂ ਨੇ ਬੜਾ ਵਧੀਆ ਪ੍ਰੋਗਰਾਮ ਰੱਖਿਆ ਲੋਕਾਂ ਨੂੰ, ਤੇ ਲੋਕਾਂ ਨੂੰ ਐਂ ਲੱਗ ਰਿਹਾ ਸੀ ਵੀ ਜੇ ਪੁਰਾਣੇ ਪਟਵਾਰੀ ਲੱਗ ਰਿਹਾ ਤਾਂ ਹੋ ਸਕਦਾ ਸਰਕਾਰ ਦਾ ਇਹਦੇ ਵਿੱਚ ਕੋਈ ਆਪਣਾ ਮਫਾਦ ਹੋਵੇ, ਪਰ ਇਸ ਗੱਲ ਦੇ ਨਾਲ ਸੀਐਮ ਸਾਹਿਬ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ। ਸਰ ਦੋਸਤੋ ਅਸੀਂ ਦੱਸ ਦਈਏ ਸੰਜੀਵ ਜੀ ਇੱਕ ਸੀਨੀਅਰ ਜਰਨਲਿਸਟ ਵੀ ਨੇ। ਸਰ ਐਜ਼ ਏ ਜਰਨਲਿਸਟ ਪਿਛਲੇ ਦਿਨੀ ਪਠਾਨਕੋਟ ਇਲਾਕੇ ਦੇ ਵਿੱਚ ਇੱਕ ਅਧਿਕਾਰੀ ਨੂੰ BDPO ਤੋਂ ADC ਤੱਕ ਬਣਾ ਕੇ ਇੱਕ ਮਾਮਲਾ ਜ਼ਮੀਨ ਦਾ 99 ਜਿਹੜਾ ਉਹਨੂੰ ਤੁਸੀਂ ਐਜ਼ ਏ ਜਰਨਲਿਸਟ ਕਿਸ ਤਰ੍ਹਾਂ ਦੇਖਦੇ ਹੋ? ਸਰ ਦੇਖੋ, ਸਰਕਾਰਾਂ ਜੋ ਚਾਹਣ ਅਫਸਰਾਂ ਤੋਂ ਕਰਵਾ ਸਕਦੇ ਹਨ। ਕੋਈ ਅਫਸਰ ਜਿਹੜਾ ਹੈ ਉਹ ਅਗਰ ਇਹ ਕਹਿ ਲਈਏ ਕਿ ਆਪਣੇ ਲੈਵਲ ਦੇ ਉੱਤੇ ਕੋਈ ਚੀਜ਼ ਕੰਮ ਕਰ ਸਕਦਾ, ਸੋ ਇਹਦਾ ਪੋਸੀਬਲ ਨਹੀਂ ਹੈ, ਕਿਉਂਕਿ ਰਾਤੋਂ ਰਾਤ ਕਿਸੇ ਅਫਸਰ ਨੂੰ BDPO DDPO ਬਣਾ ਦੇਣਾ ਔਰ ਉਸ ਤੋਂ ਬਾਅਦ ਉਹਨੂੰ ADC ਦਾ ਚਾਰਜ ਵੀ ਦੇ ਦੇਣਾ, ਔਰ ਉਸ ਤੋਂ ਬਾਅਦ ਪਟਵਾਰੀ ਜਿਹੜਾ ਸ਼ਾਮਲਾਟ ਜ਼ਮੀਨ ਜਿਹਨੂੰ ਅਸੀਂ ਕਹਿੰਦੇ ਪੰਚਾਇਤ ਦੀ ਜ਼ਮੀਨ, ਉਸ ਨੂੰ ਅੱਗੇ ਟ੍ਰਾਂਸਫਰ ਕਰ ਦੇਣਾ। ਸੋ ਬਹੁਤ ਵੱਡਾ ਵਾਦ ਵਿਵਾਦ ਹੋਇਆ। ਆਪੋਜੀਸ਼ਨ ਨੇ ਖਾਸ ਕਰਕੇ ਜਿਹੜੇ ਕਾਂਗਰਸ ਦੇ ਲੀਡਰ ਖਹਿਰਾ ਸਾਹਿਬ, ਉਹਨਾਂ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਉਠਾਇਆ, ਔਰ ਜਦੋਂ ਇਹ ਮਸਲਾ ਬਹੁਤ ਜ਼ਿਆਦਾ ਲਾਈਮਲਾਈਟ 'ਚ ਆਇਆ ਤੇ ਸਰਕਾਰ ਨੇ ਕਿਤੇ ਨਾ ਕਿਤੇ ਉਸ ਤੋਂ ਪੱਲਾ ਛੁਡਾਉਣ ਵਾਸਤੇ
ਅਫਸਰਾਂ ਨੂੰ ਸਸਪੈਂਡ ਜਿਹੜਾ ਉਹ ਕਰਨ ਦਾ ਜਿਹੜਾ ਇਹ ਇੱਕ ਸਾਡਾ ਪਰੰਪਰਾਗਤ ਤਰੀਕਾ ਹੈਗਾ ਕਿ ਉਸ ਨੂੰ ਸਸਪੈਂਡ ਕਰ ਦਿਓ ਤੇ ਇਨਕੁਆਇਰੀ ਮਾਰ ਕਰ ਦਿਓ, ਕਿਉਂਕਿ ਬਹੁਤ ਸਾਰੀਆਂ ਇਨਕੁਆਇਰੀਆਂ ਹਜੇ ਤੱਕ ਪੰਜਾਬ ਦੇ ਵਿੱਚ ਪੈਂਡਿੰਗ ਚੱਲ ਰਹੀਆਂ, ਚਾਹੇ ਉਹ ਸਿੰਗਲਾ ਸਾਹਿਬ ਦੀ ਹੋਵੇ, ਚਾਹੇ ਸਰਾਰੀ ਸਾਹਿਬ ਦੀ ਹੋਵੇ, ਚਾਹੇ ਕਰ ਚੱਕ ਉਹਨਾਂ ਦੀ ਹੋਵੇ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਜਾਂਚ ਜਿਹੜੀਆਂ ਹਜੇ ਤੱਕ ਚੱਲ ਰਹੀਆਂ, ਲੇਕਿਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਅਗਰ ਚੋਣਾਂ ਨੇੜੇ ਆ ਜਾਣ, ਸਰਕਾਰ ਨੂੰ ਇਹਦਾ ਜਵਾਬ ਵੀ ਦੇਣਾ ਪਏਗਾ। ਸੋ ਸਰਕਾਰ ਕਿਤੇ ਨਾ ਕਿਤੇ ਇਹਨੂੰ ਐਡਰੈਸ ਤਾਂ ਸਰਕਾਰ ਨੂੰ ਕਰਨਾ ਹੀ ਚਾਹੀਦਾ। ਆਉਣ ਵਾਲੇ ਸਮੇਂ 2024 ਦੀਆਂ ਇਲੈਕਸ਼ਨਾਂ, ਜਿਵੇਂ ਤੁਸੀਂ ਕਹਿ ਦਿੱਤਾ, ਸਵਾਲ ਇਹ ਸੀਗਾ ਕਿ ਆਉਣ ਵਾਲੀਆਂ 2024 ਦੀਆਂ ਸੰਸਦੀਆਂ ਇਲੈਕਸ਼ਨਾਂ, ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਪ੍ਰਭਾਵ ਰਹੂਗਾ? ਇਹੋ ਜਿਹੀਆਂ ਜਿਹੜੇ ਮੁੱਦੇ ਲੈ ਕੇ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਜਾਂਦੇ ਆ, ਤੇ ਬਹੁਤ ਸਾਰੀਆਂ ਜੋ ਪਠਾਨਕੋਟ ਦੀ ਗੱਲ ਹੋ ਗਈ, ਅਫਸਰ ਨੂੰ ਬਣਾਉਣਾ, ਇਹ ਜਿਹੜੀ ਪਟਵਾਰੀਆਂ ਵਾਲੀ ਨੂੰ ਰੱਖ ਲਿਆ, ਇਹੋ ਜਿਹੇ ਮਿਲਵੇਂ ਜੁਲਵੇਂ ਮੁੱਦੇ ਆ। ਆਉਣ ਵਾਲੇ ਸਮੇਂ ਐਜ ਏ ਜਰਨਲਿਸਟ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਵੀ ਜਿਹੜਾ ਕਿਸ ਤਰ੍ਹਾਂ ਦਾ ਇਹਨਾਂ ਦਾ ਪ੍ਰਭਾਵ ਰਹੂਗਾ 2024 ਦੀਆਂ ਇਲੈਕਸ਼ਨਾਂ? ਦੇਖੋ, ਇਹ 24 ਦੇ ਜਿਹੜੇ ਇਲੈਕਸ਼ਨ ਹੈ, ਇਹਦੇ ਵਿੱਚ ਬਹੁਤ ਸਾਰੇ ਪਹਿਲੂ ਸਾਹਮਣੇ ਆਉਣਗੇ। ਇੱਕ ਤਾਂ ਭਾਰਤ ਲੈਵਲ ਉੱਤੇ ਇੱਕ ਗਠਬੰਧਨ ਬਣਿਆ ਜਿਸ ਨੂੰ ਅਸੀਂ ਇੰਡੀਆ ਗਠਬੰਧਨ ਕਹਿੰਦੇ ਹਾਂ ਜੀ। ਉਹਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ, ਇਹਨਾਂ ਦਾ ਇੱਕ ਗਠਬੰਧਨ ਦੇ ਅੰਡਰ ਅਲਾਈਅੰਸ ਹੋਇਆ। ਪੰਜਾਬ ਟੋਟਲ ਡਿਫਰੈਂਟ ਸਿਨੈਰੀਓ ਤੇ ਖੜਾ। ਪੰਜਾਬ 'ਚ 92 ਐਮਐਲਏ ਜਿਹੜੇ ਆ ਉਹ ਆਪ ਪਾਰਟੀ ਦੇ ਜਿੱਤ ਕੇ ਆਏ। ਜਦੋਂ ਹੁਣ ਚੋਣਾਂ ਹੋਣਗੀਆਂ ਤਾਂ ਉਹਦੇ ਵਿੱਚ ਕਾਂਗਰਸ ਔਰ ਆਪ ਦੇ ਐਮਪੀ ਜਿਹੜੇ ਕੈਂਡੀਡੇਟ ਹੋਣਗੇ ਉਹ ਡਿਵਾਈਡ ਹੋ ਕੇ ਜਾਣਗੇ। ਸੋ ਉਹਦੇ ਵਿੱਚ ਬਹੁਤ ਜ਼ਿਆਦਾ ਖਿੱਚੋਤਾਣ ਮਚਣ ਵਾਲੀ ਗੱਲ ਹੈ, ਕਿਉਂਕਿ ਇੱਥੇ ਤਾਂ ਬੜੀ ਤਕੜੀ ਆਪੋਜੀਸ਼ਨ ਔਰ ਇੱਕ ਦੂਸਰੇ ਨੂੰ ਦੇਖ ਕੇ ਬਰਦਾਸ਼ਤ ਕਰਨ ਵਾਲੀ ਮੁਸ਼ਕਿਲ ਦੇ ਨਾਲ ਗੱਲ ਹੈ। ਸੋ ਇਹ ਕਿਸ ਤਰੀਕੇ ਨਾਲ ਕੇਸ ਕਰਵਟ ਬੈਠਦਾ, ਇੱਕ ਤਾਂ ਇਹ ਇਸ਼ੂ ਰਹੇਗਾ। ਦੂਸਰਾ, ਸਰਕਾਰ ਨੇ ਬਹੁਤ ਵੱਡੇ ਵਾਅਦੇ ਜਿਹੜੇ ਲੋਕਾਂ ਦੇ ਨਾਲ ਕੀਤੇ, ਖਾਸ ਕਰਕੇ 22 ਮੈਡੀਕਲ ਕਾਲਜ ਖੋਲੇ ਜਾਣਗੇ ਪੰਜਾਬ 'ਚ। ਹਜੇ ਤੱਕ ਇੱਕ ਵੀ ਮੈਡੀਕਲ ਕਾਲਜ ਜਿਹੜਾ ਆਪਰੇਸ਼ਨਲ ਨਹੀਂ ਹੋਇਆ, ਖੁੱਲਿਆ ਨਹੀਂ ਹੈ, ਜਿਹੜਾ ਨਵਾਂ ਮੈਡੀਕਲ ਕਾਲਜ ਦੀ ਗੱਲ ਕਰੀਏ। ਸੋ ਇਹ ਇੱਕ ਇਹੋ ਜਿਹੇ ਮਤਲਬ ਬਹੁਤ ਸਾਰੇ ਸਰਕਾਰ ਨੇ ਬਹੁਤ ਸਾਰੀਆਂ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣਾ, ਇਹੋ ਜਿਹੀਆਂ ਜਿਹੜੀਆਂ ਘੋਸ਼ਣਾਵਾਂ ਕੀਤੀਆਂ ਜੀ। ਇਹ ਜਿਹੜੀਆਂ ਘੋਸ਼ਣਾਵਾਂ ਸਰਕਾਰ ਨੇ ਆਪਣੇ ਲੈਵਲ ਤੇ ਕੀਤੀਆਂ, ਇਹ ਸਰਕਾਰ ਨੂੰ ਆਪੇ ਇਹਦਾ ਜਵਾਬ ਦੇਣਾ ਜਿਹੜਾ ਉਹ ਮੁਸ਼ਕਿਲ ਹੋਏਗਾ। ਆਪੋਜੀਸ਼ਨ ਜਿਹੜੀ ਆ ਬੜੀ ਸਟਰੋਂਗ ਵੀ ਇਸ ਚੀਜ਼ ਨੂੰ ਘੇਰਨ ਵਾਸਤੇ ਇਸ ਵੇਲੇ ਤਿਆਰ ਬੈਠੀ ਹੈ। ਤੇ ਇੰਟਰਸਟਿੰਗ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਸਰਕਾਰ ਜਿਹੜੀ ਕੰਮ ਕਰੇਗੀ। ਸੰਜੀਵ ਜੀ, ਇਸ ਗੱਲਬਾਤ ਤੋਂ, ਇਸ ਗੁਫ਼ਤਗੂ ਤੋਂ ਇਲਾਵਾ ਹੋਰ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਗੱਲ ਦਰਸ਼ਕਾਂ ਨੂੰ ਕਹਿਣੀ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਔਰ ਕੁਝ ਰਾਜਨੀਤਿਕ ਮੁੱਦਿਆਂ ਉੱਤੇ ਅਸੀਂ ਗੱਲ ਕੀਤੀ ਹੈ। ਸੋ ਸਰਕਾਰਾਂ ਜਿਹੜੀਆਂ ਉਹ ਆਪਣਾ ਪੱਖ ਵੀ ਰੱਖਣਗੀਆਂ। ਅੱਜ ਕੱਲ੍ਹ ਬਹੁਤ ਸਾਰੀਆਂ ਅਖਬਾਰਾਂ ਵਿੱਚ, ਮੀਡੀਆ ਵਿੱਚ ਅਸੀਂ ਦੇਖਦੇ ਹਾਂ ਕਿ ਵੱਡੇ ਹੋਰਡਿੰਗ ਫਲੈਕਸਾਂ ਲਗਾ ਕੇ ਜਿਹੜਾ ਪ੍ਰਚਾਰ ਪ੍ਰਸਾਰ ਦੇ ਉੱਤੇ ਜ਼ਿਆਦਾ ਜ਼ੋਰ ਹੋ ਰਿਹਾ। ਸ਼ਾਇਦ ਗਰਾਊਂਡ ਦੇ ਉੱਤੇ ਅਗਰ ਜ਼ਿਆਦਾ ਕੰਮ ਹੋ ਜਾਏਗਾ ਤਾਂ ਉਸ ਦੇ ਨਾਲ ਸਰਕਾਰ ਦੀ ਸਾਖ ਜਿਹੜੀ ਉਹ ਬਹੁਤ ਜ਼ਿਆਦਾ ਬਿਹਤਰ ਹੋਏਗੀ। ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ, ਤਾਂ ਹੀ ਲੋਕੀ ਬਿਹਤਰ ਤਰੀਕੇ ਦੀ ਸਰਕਾਰ ਜਿਹੜੀ ਉਸ ਨੂੰ ਦੇਖ ਸਕਣਗੇ, ਸਰਕਾਰ ਨੂੰ ਜ਼ਿੰਮੇਵਾਰ ਬਣਾ ਸਕਦੇ ਆ। ਔਰ ਆਸ ਕਰਦੇ ਕਿ ਪੰਜਾਬ ਦਾ ਜਿਹੜਾ ਕੰਪੀਟੀਸ਼ਨ ਗਵਰਨਰ ਸਾਹਿਬ ਦੇ ਨਾਲ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਤਮ ਹੋਏਗਾ ਔਰ ਪੰਜਾਬ ਮੁੜ ਕੇ ਵਿਕਾਸ ਦੀਆਂ ਲੀਹਾਂ ਤੇ ਸਰਕਾਰ ਦਾ ਦਾਅਵਾ ਰੰਗਲਾ ਪੰਜਾਬ ਤੋਂ ਰੰਗਲਾ ਪੰਜਾਬ ਬਣੇਗਾ। ਕੈਨੇਡਾ ਤੋਂ ਮੁੜ ਕੇ ਵਾਪਸ ਆਣਗੇ, ਰਿਵਰਸ ਮਾਈਗ੍ਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹ ਸ਼ੁਰੂ ਹੋਏਗੀ। ਪੰਜਾਬ ਦੇ ਹਰ ਘਰ ਚੋਂ ਨਸ਼ਾ ਖਤਮ ਹੋ ਜਾਏਗਾ। ਸੋ ਸੜਕਾਂ ਦੀ ਹਾਲਤ ਬਿਹਤਰ ਹੋ ਜਾਏਗੀ। ਸੋ ਬਹੁਤ ਸਾਰੇ ਇਸ਼ੂਜ਼ ਹੈ। ਆਸ ਕਰਦੇ ਹਾਂ ਕਿ ਸਾਰਾ ਕੁਝ ਪੋਜ਼ਿਟਿਵ ਹੋਏਗਾ। ਤੁਹਾਡੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੰਜੀਵ ਜੀ। ਦੋਸਤੋ, ਇਹ ਸਨ ਪ੍ਰੋਫੈਸਰ ਸੰਜੀਵ ਜੀ, ਸੀਨੀਅਰ ਜਰਨਲਿਸਟ, ਜਿਨ੍ਹਾਂ ਨੇ ਬਹੁਤ ਅਹਿਮ ਪੰਜਾਬ ਦੇ ਤੇ ਨਾਲ ਦੇਸ਼ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ। ਜਿਹੜੇ ਮੁੱਦੇ ਬਹੁਤ ਸਾਰੇ, ਜਿਵੇਂ ਲਾਸਟ ਦੇ ਵਿੱਚ ਗੱਲ ਕੀਤੀ ਸੀ ਐਡਸ ਦੀ, ਪੰਜਾਬ ਦਾ ਬਹੁਤ ਸਾਰਾ ਪੈਸਾ ਮੁੱਖ ਮੰਤਰੀ ਕੋਲੋਂ ਬਾਹਰ ਦੇ ਪ੍ਰਦੇਸ਼ਾਂ ਦੇ ਵਿੱਚ ਜਿਹੜਾ ਐਡ ਦੇ ਉੱਤੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਉਹਨਾਂ ਮੁੱਦਿਆਂ ਨੂੰ ਵੀ ਲੈ ਕੇ ਪ੍ਰੋਫੈਸਰ ਸੰਜੀਵ ਜੀ ਦੇ ਨਾਲ ਸਮੇਂ-ਸਮੇਂ ਤੇ ਗੱਲ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ ਜੀ।